ਇੱਕ ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਇਹ ਸ਼ਬਦ ਤੁਸੀਂ ਸੁਣੇ ਹੋਣਗੇ। ਆਪਾਂ ਥੋੜ੍ਹਾ ਜਿਹਾ ਇਹਨੂੰ ਲੰਬੇਰਾ ਕਰਕੇ ਸੁਣਾਉਣ ਲੱਗੇ ਹਾਂ ਜੀ। ਅਗਰ ਆਪ ਨੂੰ ਪਸੰਦ ਆਉਣ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇੱਕ ਵਾਰ ਇੱਕ ਰਾਜਾ ਸੀ, ਉਹਦੇ ਔਲਾਦ ਨਹੀਂ ਸੀ ਹੈਗੀ। ਬੜੇ ਉਸਨੇ ਪਾਪੜੇ ਵੇਲੇ ਪਰ ਔਲਾਦ ਨਹੀਂ ਹੋਈ। ਕਿਸੇ ਸਿਆਣੇ ਨੇ ਉਹਨੂੰ ਦੱਸਿਆ ਕਿ ਰਾਜਾ ਸਾਹਿਬ, ਤੁਸੀਂ ਬਲੀ ਦਿਓ ਕਿਸੇ ਇਨਸਾਨ ਦੀ ਤਾਂ ਤੁਹਾਡੇ ਘਰ ਔਲਾਦ ਹੋ ਜਾਏਗੀ। ਰਾਜਾ ਸੀ, ਕੁਝ ਵੀ ਕਰ ਸਕਦਾ ਸੀ। ਉਹਨੇ ਆਪਣੇ ਰਾਜ ਦੇ ਵਿੱਚ ਢਿੰਡੋਰਾ ਪਿੱਟਤਾ ਕਿ ਜੋ ਇਨਸਾਨ ਵਲੰਟੀਅਰ ਜੋ ਚਾਹੁੰਦਾ ਹੈ ਬਲੀ ਦੇਣਾ ਤਾਂ ਮੈਂ ਉਸ ਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਕਾਫੀ ਦਿਨ ਹੋ ਗਏ ਸਨ ਪਰ ਕੋਈ ਵੀ ਅਜੇ ਵਲੰਟੀਅਰ ਨਹੀਂ ਸੀ ਆਇਆ ਜੋ ਇਹ ਕੰਮ ਵਾਸਤੇ ਬਲੀ ਦੇ ਸਕਦਾ ਹੋਵੇ। ਇੱਕ ਬਹੁਤ ਗਰੀਬ ਪਰਿਵਾਰ ਸੀ ਰਾਜੇ ਦੇ ਰਾਜ ਵਿੱਚ। ਉਸ ਪਰਿਵਾਰ ਦੇ ਵਿੱਚ ਕਰੀਬ 12 ਮੈਂਬਰ ਸਨ, ਬੱਚੇ, ਔਰ ਉਹਨਾਂ ਦੇ ਮਾਂ-ਬਾਪ ਅਲੱਗ, ਜੋ ਬਿਰਧ ਹੋ ਚੁੱਕੇ ਸੀ, ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਸੀ। ਇਹ ਜੋ ਪਰਿਵਾਰ ਸੀ 12 ਜਾਣਿਆਂ ਦਾ, ਇਹ ਵਿਆਹੇ ਹੋਏ ਸਨ। ਸਿਰਫ ਉਹ 'ਚੋਂ ਇੱਕ ਬੱਚਾ ਨਹੀਂ ਵਿਆਹਿਆ, ਜੋ ਸ਼ੁਰੂ ਤੋਂ ਹੀ ਬੜਾ ਆਪਣੇ ਧਾਰਮਿਕ ਕਰਮਾਂ ਦੇ ਕਾਂਡਾਂ ਦੇ ਵਿੱਚ ਹੀ ਰਹਿੰਦਾ ਸੀ। ਛੋਟੇ ਹੁੰਦਿਆਂ ਸੀ ਉਹਨੇ ਮਾਲਾ ਮੂਲਾ ਪਾ ਲਿਆ ਕਰਨੀਆਂ, ਹੱਥਾਂ ਦੇ ਵਿੱਚ ਵੀ ਕੜੇ ਕੁੜੇ ਕਾਫੀ ਉਹਨੇ ਪਾਏ ਹੁੰਦੇ ਸੀ। ਉਹਦੀ ਬਿਰਤੀ ਜਿਹੜੀ ਸੀ ਉਹ ਮਤਲਬ ਥੋੜ੍ਹੀ ਪ੍ਰਮਾਤਮਾ ਦੇ ਨਾਲ ਲਿਵ ਜੁੜੀ ਹੋਈ ਸੀ। ਪ੍ਰਮਾਤਮਾ 'ਚ ਜ਼ਿਆਦਾ ਵਿਸ਼ਵਾਸ ਸੀ, ਕਰਦਾ ਕਰਾਉਂਦਾ ਕਿਉਂਕਿ ਜੋ ਇਨਸਾਨ ਪ੍ਰਮਾਤਮਾ ਦਾ ਜ਼ਿਆਦਾ ਨਾਂ ਲਏਗਾ ਉਹ ਦੁਨੀਆਦਾਰੀ ਤੋਂ ਥੋੜ੍ਹਾ ਅਲੱਗ ਹੁੰਦਾ ਹੈ ਅਤੇ ਉਹ ਕੰਮਕਾਰ ਥੋੜ੍ਹਾ ਘੱਟ ਕਰਦਾ ਹੈ। ਅਤੇ ਲੋਕ ਪਰਿਵਾਰਕ ਮੈਂਬਰ ਵੀ ਇਹ ਗੱਲ ਸੋਚਦੇ ਆ ਕਿ ਕੰਮਕਾਰ ਨਹੀਂ ਕਰਦਾ ਹੈਗਾ। ਹੁਣ ਉਹਦੀਆਂ ਭਰਜਾਈਆਂ ਵੀ ਸੋਚਦੀਆਂ ਕਿ ਬੰਦਾ ਵਿਹਲੜ ਆ। ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ ਕਿ ਰਾਜੇ ਨੇ ਐਲਾਨ ਪਟਵਾਇਆ ਹੈ ਕਿ ਜੋ ਇਨਸਾਨ ਬਲੀ ਦੇਵੇਗਾ ਉਹਦੇ ਆਪਾਂ ਬਹੁਤ ਮੂੰਹ ਮੰਗਿਆ ਪਰਿਵਾਰ ਨੂੰ ਨਾਮ ਦਿੱਤਾ ਜਾਵੇਗਾ। ਸਾਰੇ ਉਹਦੇ ਭਰਾ ਸਹਿਮਤ ਹੋ ਗਏ ਵੀ ਵਿਹਲੜ ਤੇ ਨਖੱਟੂ ਹੈਗਾ, ਕੋਈ ਕੰਮਕਾਰ ਕਰਦਾ ਨਹੀਂ ਗਾ, ਨਾ ਵਿਆਹਿਆ ਹੀ ਆ, ਕਿਉਂ ਨਾ ਰਾਜੇ ਕੋ ਇਸ ਨੂੰ ਭੇਜ ਦਿੱਤਾ ਜਾਵੇ। ਮਾਂ ਬਾਪ ਨੇ ਥੋੜ੍ਹੀ ਗੱਲ ਸਾਂਝੀ ਕੀਤੀ। ਮਾਂ ਬਾਪ ਬਿਰਧ ਸਨ, ਉਹਨਾਂ ਨੂੰ ਦੁੱਖ ਜ਼ਰੂਰ ਹੋਇਆ ਵੀ ਸਾਡੇ ਬੱਚੇ, ਇਹ ਵੀ ਬੱਚਿਆਂ ਵਰਗਾ, ਉਹ ਵੀ ਬੱਚਿਆਂ ਵਰਗੇ ਆ, ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਜਦੋਂ ਪੇਸ਼ ਨਾ ਗਈ ਤਾਂ ਰਾਜੇ ਦੇ ਦਰਬਾਰ 'ਚ ਉਹਨਾਂ ਜਾ ਕੇ ਕਹਿ ਦਿੱਤਾ ਕਿ ਸਾਡਾ ਇੱਕ ਬ੍ਰਦਰ, ਸਾਡਾ ਇੱਕ ਭਰਾ ਵਾ, ਉਹ ਬਲੀ ਦੇਣ ਨੂੰ ਤਿਆਰ ਆ। ਹੁਣ ਜਦ ਸਾਨੂੰ ਵੀ ਸਮਝਾਇਆ ਗਿਆ ਕਿ ਵੇਖ ਤੂੰ ਕੰਮਕਾਰ ਤੇ ਕੁਝ ਕਰਦਾ ਨਹੀਂ, ਵਿਆਹ ਤੂੰ ਜਾਣਾ ਨਹੀਂ, ਅਤੇ ਮਾਂ ਬਾਪ ਦੇ ਆਸਰੇ ਕਿੰਨਾ ਚਿਰ ਰਹੇਗਾ, ਉਹ ਵੀ ਗੁਜ਼ਰ ਜਾਣੇ ਨੇ, ਅਤੇ ਸਾਡੀ ਘਰ ਦੀ ਜਿਹੜੀ ਹਾਲਤ ਹੈ ਉਹ ਵੀ ਬੜੀ ਤਰਸਯੋਗ ਆ। ਅਗਰ ਤੂੰ ਬਲੀ ਦੇ ਦੇਣਾ ਹੈ ਤਾਂ ਸਾਨੂੰ ਬਹੁਤ ਸਾਰਾ ਪੈਸਾ ਮਿਲ ਜਾਏਗਾ, ਜਿਸ ਦੇ ਨਾਲ ਅਸੀਂ ਸਾਡਾ ਪਾਲਣ ਪੋਸ਼ਣ ਬਹੁਤ ਵਧੀਆ ਹੋ ਜਾਏਗਾ। ਉਸ ਇਨਸਾਨ ਨੇ ਮਨ 'ਚ ਸੋਚਿਆ ਚਲੋ ਠੀਕ ਹੈ, ਜੋ ਪ੍ਰਮਾਤਮਾ ਚਾਹੁੰਦਾ ਉੱਦਾਂ ਹੀ ਹੋਣਾ ਵਾ, ਮੈਂ ਕੀ ਕਰ ਸਕਦਾ ਜੋ ਪ੍ਰਮਾਤਮਾ ਦੇ ਫੈਸਲੇ ਨੇ। ਉਹਨੇ ਕਿਹਾ ਠੀਕ ਹੈ, ਮੈਂ ਸਹਿਮਤ ਹਾਂ, ਤੁਸੀਂ ਰਾਜਾ ਸਾਹਿਬ ਨੂੰ ਕਹਿ ਦਿਓ ਕਿ ਮੈਂ ਬਲੀ ਦੇਣ ਲਈ ਤਿਆਰ ਹਾਂ। ਜਦ ਉਹਨੂੰ ਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹਨੇ ਕਿਹਾ ਠੀਕ ਹੈ ਜੀ, ਮੈਂ ਬਲੀ ਦੇਣ ਨੂੰ ਤਿਆਰ ਹਾਂ, ਜੋ ਤੁਸੀਂ ਕਰਨਾ ਹੈ ਉਹ ਕਰ ਸਕਦੇ ਹੋ। ਫਿਰ ਇੱਕ ਨਿਸ਼ਚਿਤ ਦਿਨ ਕੀਤਾ ਗਿਆ ਕਿ ਇਸ ਦਿਨ ਆਪਾਂ ਬਲੀ ਦੇਣੀ ਹੈ, ਔਰ ਟਾਈਮ ਮੁਕੱਰਰ ਕਰ ਦਿੱਤਾ ਗਿਆ। ਬਲੀ ਦੇਣ ਤੋਂ ਇੱਕ ਦਿਨ ਪਹਿਲਾਂ ਉਹਨੂੰ ਪੁੱਛਿਆ ਗਿਆ ਕਿ ਤੇਰੀ ਕੋਈ ਆਖਰੀ ਇੱਛਾ, ਕੋਈ ਖਾਸ਼ ਹੈ ਜੋ ਤੂੰ ਕਹਿਣਾ ਚਾਹੁੰਦਾ ਹੋਵੇਂ। ਤਾਂ ਉਸ ਇਨਸਾਨ ਨੇ ਕਿਹਾ ਵੀ ਮੈਂ ਸਵੇਰੇ ਸਵਖਤੇ ਉੱਠ ਕੇ ਨਦੀ ਕਿਨਾਰੇ ਇੱਕ ਥੋੜ੍ਹੀ ਪਾਠ ਪੂਜਾ ਵਾਸਤੇ ਜਾਣਾ ਚਾਹੁੰਦਾ ਵਾਂ, ਉਹ ਮੈਨੂੰ ਇਜਾਜ਼ਤ ਦਿੱਤੀ ਜਾਵੇ। ਰਾਜਾ ਸਾਹਿਬ ਨੂੰ ਦੱਸਿਆ ਗਿਆ ਕਿ ਉਹ ਨਦੀ ਕਿਨਾਰੇ ਪਾਠ ਪੂਜਾ ਵਾਸਤੇ ਜਾਣਾ ਚਾਹੁੰਦਾ ਵਾ, ਉਹਨੂੰ ਇਜਾਜ਼ਤ ਮੰਗਦਾ ਵਾ। ਰਾਜਾ ਸਾਹਿਬ ਨੇ ਕਿਹਾ ਵੀ ਠੀਕ ਆ, ਉਹਦੇ ਦੁਆਲੇ ਗਾਰਡ ਲਾ ਦਿੱਤੀ ਜਾਵੇ, ਇਹ ਨਾ ਹੋਵੇ ਕਿ ਉਹ ਨਦੀ 'ਚ ਛਾਲ ਮਾਰ ਦੇ ਅਤੇ ਸਾਡੇ ਕੋਲ ਜਿਹੜਾ ਲਾਸਟ ਮੌਕਾ ਵੀ ਖੁੱਸ ਜਾਵੇ। ਜਦ ਉਹਨੂੰ ਸਵੇਰੇ ਨਵਾ ਧਵਾ ਕੇ ਨਦੀ ਕਿਨਾਰੇ ਖੜਿਆ ਗਿਆ ਤਾਂ ਉਸ ਇਨਸਾਨ ਨੇ 4 ਢੇਰੀਆਂ ਬਣਾਈਆਂ ਉੱਥੇ ਰੇਤਾ ਦੀਆਂ। ਪਹਿਲੀ
ਜਿਹੜੀ ਢੇਰੀ ਸੀ ਉਸ ਨੂੰ ਵੀ ਉਹਨੇ ਆਪਣੇ ਪੈਰਾਂ ਨਾਲ ਢਾਹ ਦਿੱਤਾ। ਫਿਰ ਦੂਜੀ ਢੇਰੀ ਸੀ, ਉਸ ਨੂੰ ਵੀ ਉਸਨੇ ਆਪਣੇ ਪੈਰਾਂ ਨਾਲ ਢਾਹ ਦਿੱਤਾ। ਫਿਰ ਇੱਕ ਹੋਰ ਢੇਰੀ ਰੇਤ ਦੀ ਜੀ ਲਾਈ ਸੀ, ਉਸ ਨੂੰ ਵੀ ਆਪਣੇ ਪੈਰਾਂ ਨਾਲ ਉਸਨੇ ਢਾਹ ਦਿੱਤਾ। ਫਿਰ ਜੋ ਚੌਥੀ ਰੇਤ ਦੀ ਆਪਣੀ ਉਸਨੇ ਢੇਰੀ ਲਾਈ ਸੀ, ਉਸ ਨੂੰ ਉਸਨੇ ਨਮਸਕਾਰ ਕੀਤੀ ਤੇ ਜੋ ਅਰਦਾਸ ਬਾਣੀ ਸੀ ਉਹਨੇ ਕੀਤੀ। ਤੇ ਉਸ ਤੋਂ ਬਾਅਦ ਉਹ ਗਾਰਡ ਜੋ ਸੰਤਰੀ ਉਹਦੇ ਨਾਲ ਆਏ ਸੀ ਉਹਨਾਂ ਨੂੰ ਕਹਿਣ ਲੱਗਾ ਕਿ ਠੀਕ ਹੈ, ਮੈਂ ਹੁਣ ਤਿਆਰ ਹਾਂ। ਅੱਛਾ, ਉਸ ਨੂੰ ਜਦ ਸੰਤਰੀ ਜੇ ਗਾਰਡ ਜੋ ਸੀ ਸੈਨਿਕ ਉਹਨੂੰ ਫਿਰ ਰਾਜ ਦਰਬਾਰ ਦੇ ਵਿੱਚ ਲੈ ਕੇ ਆਏ ਔਰ ਰਾਜੇ ਨੂੰ ਉਤਸੁਕਤਾ ਹੋਈ ਕਿ ਮੈਂ ਪੁੱਛਾਂ ਕਿ ਇਹ ਨਦੀ ਕਿਨਾਰੇ ਕੀ ਕਰਕੇ ਆਇਆ ਹੈ। ਤੇ ਜਦ ਉਹਨੇ ਆਪਣੇ ਸੈਨਿਕ ਜਿਹੜੇ ਨਾਲ ਗਏ ਸੀ ਉਹਨਾਂ ਕੋਲ ਪੁੱਛਿਆ ਵੀ ਉਸਨੇ ਨਦੀ ਕਿਨਾਰੇ ਜਾ ਕੇ ਕੀ ਕੀਤਾ ਹੈ, ਤਾਂ ਸੈਨਿਕਾਂ ਨੇ ਉਹਨਾਂ ਨੂੰ ਮਹਾਰਾਜ ਨੂੰ ਦੱਸਿਆ ਕਿ ਇਸਨੇ ਉੱਥੇ ਰੇਤਾਂ ਦੀਆਂ 4 ਢੇਰੀਆਂ ਬਣਾਈਆਂ ਸੀ ਤੇ ਨਾ ਢੇਰੀਆਂ ਨੂੰ ਤਾਂ ਇਹ ਪੈਰ ਨਾਲ ਢਾਇਆ ਹੈ, ਪਰ ਇੱਕ ਢੇਰੀ ਨਹੀਂ ਢਾਹ ਕੇ ਆਇਆ। ਰਾਜੇ ਦੇ ਮਨ 'ਚ ਸਵਾਲ ਆਏ। ਉਸਨੇ ਕਿਹਾ ਠੀਕ ਆ, ਇਸ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਜਦ ਉਸ ਇਨਸਾਨ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ, ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਨਦੀ ਕਿਨਾਰੇ ਜੋ ਢੇਰੀਆਂ ਬਣਾ ਕੇ ਢਾਈਆਂ ਉਹਦਾ ਕੀ ਮੀਨਿੰਗ ਆ, ਉਹ ਕੋਈ ਜਾਦੂ ਆ ਜਾਂ ਕੀ ਆ? ਤਾਂ ਉਸ ਇਨਸਾਨ ਨੇ ਜਵਾਬ ਦਿੱਤਾ, ਨਹੀਂ ਮਹਾਰਾਜ, ਕੋਈ ਜਾਦੂ ਨਹੀਂ ਹੈ, ਵੈਸੇ ਮੇਰੇ ਮਨ ਦੀ ਇੱਕ ਭਾਵਨਾ ਸੀ, ਮੈਂ ਉਹ ਜ਼ਾਹਰ ਕਰਕੇ ਆ ਗਿਆ ਵਾਂ, ਹੋਰ ਇਸ ਤੋਂ ਇਲਾਵਾ ਕੁਛ ਨਹੀਂ ਹੈ, ਕੋਈ ਜਾਦੂ ਟੋਣਾ ਨਹੀਂ ਹੈਗਾ। ਮੈਂ ਗਲਤੀ ਮੰਨਦਾ ਵਾਂ ਅਗਰ ਤੁਸੀਂ ਕੋਈ ਚੀਜ਼ ਐਸਦਾ ਸੋਚਦੇ ਹੋ ਤਾਂ। ਮਹਾਰਾਜ ਨੇ ਕਿਹਾ ਨਹੀਂ, ਫਿਰ ਵੀ ਜੋ ਤੁਸੀਂ ਢੇਰੀਆਂ ਬਣਾਈਆਂ ਉਹਨਾਂ ਨੂੰ ਤੋੜਿਆ, ਇਹਦਾ ਕੋਈ ਮੀਨਿੰਗ ਤਾਂ ਹੋਏਗਾ, ਤੁਹਾਡੇ ਮਨ 'ਚ ਕੋਈ ਵਿਚਾਰ ਤਾਂ ਹੋਏਗੀ ਨਾ। ਰਾਜਾ ਸੀ, ਦੱਸਣਾ ਤਾਂ ਪੈਣਾ ਸੀ। ਰਾਜੇ ਨੇ ਜਦੋਂ ਉਸ ਨੂੰ ਮਜਬੂਰ ਕੀਤਾ ਤਾਂ ਉਹਨੇ ਦੱਸਿਆ ਕਿ ਮਹਾਰਾਜ, ਮੈਂ 4 ਢੇਰੀਆਂ ਬਣਾਈਆਂ ਸੀ ਰੇਤਾ ਦੀਆਂ। ਜੋ ਪਹਿਲੀ ਢੇਰੀ ਸੀ ਉਹ ਮੈਂ ਆਪਣੇ ਮਾਂ-ਬਾਪ ਦੀ ਬਣਾਈ ਸੀ ਕਿ ਮਾਂ-ਬਾਪ ਆਪਣੇ ਔਲਾਦ ਨੂੰ ਜੰਮਦੀ ਹੈ, ਭੈਣ ਭਰਾ ਉਹਦੇ ਹੋਰ ਉਹਦੇ ਸੱਜਣ ਮਿੱਤਰ ਬਹੁਤ ਖਾਸ ਹੁੰਦੇ ਨੇ ਸਮਾਜ ਦੇ ਵਿੱਚ ਰਹਿੰਦੇ ਹੋਇਆਂ। ਅਤੇ ਮੈਂ ਇਹ ਸੋਚਿਆ ਕਿ ਮੇਰੇ ਮਾਂ-ਬਾਪ ਨੇ, ਮੇਰੇ ਭੈਣ ਭਰਾਵਾਂ ਨੇ ਬਲੀ ਵਾਸਤੇ ਮੈਨੂੰ, ਪੈਸੇ ਵਾਸਤੇ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ। ਪਹਿਲੀ ਢੇਰੀ ਮੈਂ ਉਹਨੇ ਢਾਹ ਦਿੱਤੀ ਕਿ ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਾਤਾ ਨਹੀਂ। ਦੂਜੀ ਢੇਰੀ, ਇਸ ਸੰਸਾਰ ਦੇ ਵਿੱਚ ਇਸ ਰਾਜਾ ਹੀ ਹੁੰਦਾ ਹੈ, ਪਬਲਿਕ ਦਾ ਜਾਂ ਜਨਤਾ ਦਾ ਹੁੰਦਾ ਹੈ, ਜੋ ਉਸਨੇ ਉਹਨਾਂ ਦਾ ਭਲਾ ਕਰਨਾ ਹੁੰਦਾ ਹੈ। ਅਤੇ ਮਹਾਰਾਜ ਰਾਜਾ ਦੂਜੀ ਢੇਰੀ ਤੁਹਾਡੀ ਬਣਾਈ ਸੀ ਕਿ ਇੱਕ ਤੁਸੀਂ ਰਾਜੇ ਹੁੰਦੇ ਹੋਏ ਵੀ ਮੇਰੇ 'ਤੇ ਜ਼ੁਲਮ ਕਰ ਰਹੇ ਹੋ, ਮੇਰੇ 'ਤੇ ਪਾਪ ਕਰਨ ਲੱਗੇ ਹੋ ਅੱਜ ਮੇਰੀ ਬਲੀ ਦੇ ਕੇ। ਇਸ ਕਰਕੇ ਮੈਨੂੰ ਤੁਹਾਡੇ ਤੋਂ ਮੈਨੂੰ ਕੋਈ ਉਮੀਦ ਨਹੀਂ ਹੈਗੀ, ਮੈਂ ਤੁਹਾਡੀ ਢੇਰੀ ਢਾਹ ਦਿੱਤੀ। ਰਾਜੇ ਨੂੰ ਗੁੱਸਾ ਤਾਂ ਆਇਆ, ਪਰ ਉਹ ਪੂਰੀ ਕਹਾਣੀ ਸੁਣਨਾ ਚਾਹੁੰਦਾ ਸੀ। ਉਸਨੇ ਕਿਹਾ ਫਿਰ, ਕਹਿੰਦਾ ਮਹਾਰਾਜ, ਮੈਂ ਤੀਜੀ ਢੇਰੀ ਜਿਨ੍ਹਾਂ ਨੂੰ ਮੈਂ ਮੰਨਦਾ ਸੀ, ਜਿਨ੍ਹਾਂ ਡੇਰਿਆਂ 'ਤੇ ਮੈਂ ਜਾਂਦਾ ਸੀ, ਜਿਨ੍ਹਾਂ ਆਪਣੇ ਦੇਵੀ ਦੇਵਤਿਆਂ ਨੂੰ ਮੈਂ ਪੂਜਦਾ ਸੀ, ਉਹਨਾਂ ਅੱਗੇ ਮੈਂ ਅਰਦਾਸ ਬਾਣੀ ਕੀਤੀ ਹੈ, ਕਿਸੇ ਨੇ ਮੇਰੀ ਸੁਣੀ ਨਹੀਂ ਹੈਗੀ। ਮੈਂ ਉਹਨਾਂ ਦੀ ਵੀ ਤੀਜੀ ਢੇਰੀ ਢਾਹ ਦਿੱਤੀ। ਮੈਨੂੰ ਉਹਨੂੰ ਕਿਸੇ ਤੋਂ ਉਮੀਦ ਨਹੀਂ ਸੀ। ਮਹਾਰਾਜ ਨੇ ਪੁੱਛਿਆ ਵੀ ਚੌਥੀ ਢੇਰੀ ਤੋਂ ਕਿਉਂ ਢਾਹ ਕੇ ਆਇਆ? ਉਹਨੇ ਕਿਹਾ ਮੈਂ ਚੌਥੀ ਢੇਰੀ ਅਕਾਲ ਪੁਰਖ ਦੀ ਨਹੀਂ ਢਾਹ ਕੇ ਆਇਆ, ਜੋ ਇਸ ਸੰਸਾਰ ਨੂੰ ਸਿਰਜਦਾ ਹੈ, ਉਸ ਸਾਰੇ ਸੰਸਾਰ ਦਾ ਮਾਲਕ ਹੈ। ਮੈਂ ਉਸ ਅੱਗੇ ਬੇਨਤੀ ਕਰਕੇ ਆ ਗਿਆ ਹਾਂ, ਅੱਗੇ ਹੁਣ ਉਸ ਦੀ ਮਰਜ਼ੀ ਹੈ। ਰਾਜੇ ਨੂੰ ਵੀ ਹੁਣ ਥੋੜ੍ਹੀ ਸਮਝ ਪੈ ਚੁੱਕੀ ਸੀ। ਰਾਜੇ ਨੇ ਆਪਣੇ ਮਨ 'ਚ ਥੋੜ੍ਹਾ ਪਛਤਾਵਾ ਕੀਤਾ, ਉਹਦੇ ਮਨ ਬਦਲ ਗਿਆ। ਜਦੋਂ ਮਨ ਬਦਲ ਗਿਆ ਤਾਂ ਰਾਜੇ ਨੇ ਉੱਠਿਆ। ਰਾਜਾ ਬਹੁਤ ਦੁਖੀ ਹੋਇਆ। ਰਾਜੇ ਨੇ ਉਸ ਇਨਸਾਨ ਨੂੰ ਜਾ ਕੇ ਆਪਣੀ ਗਲਵੱਕੜੀ 'ਚ ਲੈ ਲਿਆ। ਗਲਵੱਕੜੀ 'ਚ ਲੈਣ ਤੋਂ ਬਾਅਦ ਕਹਿੰਦਾ, ਮੈਂ ਅੱਜ ਤੱਕ ਔਲਾਦ ਵਾਸਤੇ ਬੜੇ ਜੁਰਮ ਕੀਤੇ ਨੇ, ਪਸ਼ੂ ਪੰਛੀਆਂ ਦੀਆਂ ਬਲੀਆਂ ਦਿੱਤੀਆਂ ਨੇ, ਅੱਜ ਮੈਂ ਇਨਸਾਨ ਦੀ ਬਲੀ ਵੀ ਦੇਣ ਲੱਗਾ ਸੀ, ਤੂੰ ਮੈਨੂੰ ਬਚਾ ਲਿਆ ਏ, ਤੂੰ ਅੱਜ ਤੋਂ ਮੇਰਾ ਪੁੱਤ ਹੋਏਗਾ, ਇਸ ਰਾਜ ਦਾ ਮਾਲਕ ਤੂੰ ਹੋਏਗਾ। ਸਾਰੇ ਮੰਤਰੀ ਸਾਰੇ ਹੈਰਾਨ ਰਹਿ ਗਏ ਕਿ ਇਹ ਰਾਜੇ ਨੇ ਕੀ ਫੈਸਲਾ ਲੈ ਲਿਆ ਹੈ। ਰਾਜੇ ਨੇ ਪਛਤਾਵਾ ਦੇ ਵਿੱਚ ਰਾਜਾ ਰੋਇਆ ਵੀ ਨਹੀਂ, ਤੂੰ ਇੱਕ ਭਗਤੀ ਕਿਸਮ ਦਾ ਇਨਸਾਨ ਸੀ ਜਿਸਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਰਾਜੇ ਨੇ ਜਦ ਉਸ ਲੜਕੇ ਨੂੰ ਆਪਣਾ ਬੱਚਾ ਬਣਾ ਲਿਆ, ਆਪਣਾ ਪੁੱਤਰ ਬਣਾ ਲਿਆ, ਉਸ ਨੂੰ ਗੋਦ ਲਿਆ,
ਰਾਣੀ ਵੀ ਬੜੀ ਖੁਸ਼ ਹੋਈ। ਰਾਣੀ ਵੀ ਕਹਿੰਦੀ ਕਿ ਮੈਂ ਤੁਹਾਨੂੰ ਕਦੀ ਕਹਿ ਨਹੀਂ ਸੀ ਸਕਦੀ, ਪਰ ਜੋ ਤੁਸੀਂ ਵੀ ਔਲਾਦ ਵਾਸਤੇ ਬਲੀਆਂ ਦਿੰਦੇ ਸੀ, ਮੈਂ ਬਹੁਤ ਦੁਖੀ ਸੀ। ਤੁਸੀਂ ਅੱਜ ਬਹੁਤ ਵਧੀਆ ਫੈਸਲਾ ਲਿਆ ਹੈ ਕਿ ਇਸ ਇਨਸਾਨ ਨੂੰ ਆਪਣਾ ਬੱਚਾ ਗੋਦ ਲਿਆ ਏ। ਥੋੜ੍ਹੇ ਦਿਨਾਂ ਬਾਅਦ ਗਵਾਂਢੀ ਰਾਜ ਦਾ ਇੱਕ ਹੋਰ ਰਾਜਾ ਸੀ, ਜਿਸ ਨਾਲ ਰਾਜੇ ਦੇ ਬਹੁਤ ਚੰਗੇ ਤਾਲੁਕਾਤ ਸਨ। ਉਸ ਦੀ ਵੀ ਇੱਕ ਬੇਟੀ ਸੀ। ਦੋਨਾਂ ਰਾਜਿਆਂ ਨੇ ਆਪਣੇ ਰਾਜੇ ਨੇ ਜੋ ਬੱਚਾ ਗੋਦ ਲਿਆ ਸੀ ਔਰ ਉਹਦੀ ਬੇਟੀ ਨਾਲ, ਰਾਜਕੁਮਾਰੀ ਨਾਲ ਉਹਦੀ ਸ਼ਾਦੀ ਕਰ ਦਿੱਤੀ ਗਈ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਫੈਲ ਗਈਆਂ। ਰਾਜਾ ਵੀ ਬਹੁਤ ਖੁਸ਼ ਸੀ, ਉਹ ਇਨਸਾਨ ਵੀ ਬਹੁਤ ਖੁਸ਼ ਸੀ। ਉਹਨੂੰ ਪਰਮਾਤਮਾ 'ਤੇ ਹੋਰ ਜ਼ਿਆਦਾ ਗਰਵ ਮਹਿਸੂਸ ਹੋਣ ਲੱਗ ਪਿਆ ਸੀ, ਵਿਸ਼ਵਾਸ ਹੋਣ ਲੱਗ ਪਿਆ ਸੀ, ਪਰਮਾਤਮਾ ਤੂੰ ਬਹੁਤ ਕੁਛ ਹੈ। ਦੋਸਤੋ, ਇਹ ਕਹਾਣੀ ਥੋੜੀ ਹੋਰ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਹੁਣ 1 ਸਾਲ ਹੋ ਗਿਆ ਸੀ ਸ਼ਾਦੀ ਨੂੰ। ਰਾਜੇ ਦੇ ਘਰ 2 ਪੋਤਰਿਆਂ ਨੇ ਜਨਮ ਲਿਆ ਸੀ। ਰਾਜਾ ਖੁਸ਼ੀ 'ਚ ਸਮਾ ਨਹੀਂ ਰਿਹਾ ਸੀ। ਉਹਨੂੰ ਪਰਮਾਤਮਾ ਨੇ ਬਹੁਤ ਖੁਸ਼ੀਆਂ ਦੇ ਦਿੱਤੀਆਂ ਸੀ। ਰਾਣੀ ਵੀ ਬਹੁਤ ਜ਼ਿਆਦਾ ਖੁਸ਼ ਸੀ। ਉਹ ਬੱਚਿਆਂ ਨੂੰ ਬਾਰ-ਬਾਰ ਨਹਾ ਰਹੀ ਸੀ। ਉਹਨੇ ਉਸ ਬੱਚਿਆਂ ਨੂੰ ਦੋਨਾਂ ਨੂੰ ਗੋਦੀ ਚੁੱਕਿਆ, ਚੁੰਮਿਆ, ਪਿਆਰ ਕੀਤਾ। ਦੋਸਤੋ, ਪਰਮਾਤਮਾ ਵੀ ਜੋ ਪਰਮਾਤਮਾ 'ਤੇ ਵਿਸ਼ਵਾਸ ਕਰਦੇ ਨੇ, ਉਹਨੂੰ ਪਿਆਰ ਕਰਦੇ ਨੇ, ਪਰਮਾਤਮਾ ਨੂੰ ਉਹਨਾਂ ਦੀਆਂ ਝੋਲੀਆਂ ਇਸ ਤਰੀਕੇ ਨਹੀਂ ਭਰਦਾ ਵਾ ਜਿਸ ਤਰ੍ਹਾਂ ਉਹ ਇਨਸਾਨ ਦੀਆਂ ਭਰੀਆਂ ਸਨ। ਖੁਸ਼ ਸਵਸਥ ਰਹੋ ਦੋਸਤੋ।